ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਾਵਰ ਤਖਤ ਦੇ ਮਾਲਕ, ਦੋ ਜਹਾਨ ਦੇ ਵਾਲੀ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਜਾਗਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ 119 ਅੰਗ ਤੇ ਗੌੜੀ ਰਾਗ ਦੇ ਅੰਦਰ ਮਹੱਲਾ ਨਾਵਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਹਨ। ਗੁਰਬਾਣੀ ਦੁਆਰਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਜੋ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਇਹ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤੀ ਨਹੀਂ ਹੁੰਦੀ, ਗੁਰੂ ਧਾਰਨ ਕਰਨਾ ਪੈਂਦਾ ਹੈ। ਫਿਰ ਗੁਰੂ ਜੁਗਤੀ ਦੱਸਦਾ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ, ਫਿਰ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ ਨੇ 9ਵੇਂ ਪਾਤਸ਼ਾਹ ਨੇ ਸਮਝਾਉਣਾ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਹਾਰਾਜ ਜੀ 9ਵੇਂ ਪਾਤਸ਼ਾਹ ਜੀ ਦੇ ਇੱਥੋਂ ਸ਼ਬਦ ਪ੍ਰਾਰੰਭ ਹੁੰਦੇ ਨੇ। ਪਹਿਲਾਂ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਆਈ ਮਾਝ ਰਾਗ ਦੇ ਅੰਦਰ, ਗੌੜੀ ਰਾਗ ਦੇ ਅੰਦਰ, ਕਿ ਜਿਸ ਵੇਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਤੋਂ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰ ਕੇ ਗੁਰਤਾ ਗੱਦੀ ਬਖਸ਼ਣ ਲਈ ਬਚਨ ਕੀਤਾ। ਜਿਸ ਵੇਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਤੋਂ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰ ਕੇ ਗੁਰਤਾ ਗੱਦੀ ਬਖਸ਼ਣ ਲਈ ਬਚਨ ਕੀਤਾ। ਬਾਬਾ ਵਸੇ ਜੋ ਗ੍ਰਾਮ ਬਕਾਲੇ, ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਿਆਨ ਧਰ ਕੇ ਹੀ ਗੁਰਤਾ ਗੱਦੀ ਬਖਸ਼ਣਾ ਕੀਤੀ। ਕਿਹਾ ਸੀ ਕਿ ਬਾਬਾ ਵਸੇ ਜੋ ਗ੍ਰਾਮ ਬਕਾਲੇ, ਬਾਨਗੁਰ ਸੰਗਤ ਸਗਲ ਸੰਭਾਲੇ। ਇਹ ਇਸ ਬਾਚਨ ਅਨੁਸਾਰ ਉਹਨਾਂ ਨੇ ਗੁਰਤਾ ਗੱਦੀ ਨੂੰ ਆਪਣੀ ਝੋਲੀ ਵਿੱਚ ਪਵਾ ਕੇ ਅੰਗੀਕਾਰ ਕਰ ਲਿਆ ਸੀ। ਅਤੇ ਬਾਬਾ ਬੁੱਢਾ ਜੀ ਨੇ 6ਵੀਂ ਥਾਂ ਬਾਬਾ ਗੁਰਦਿੱਤਾ ਜੀ, ਕਿ ਬਾਬਾ ਬੁੱਢਾ ਜੀ ਤੇ ਬਾਬਾ ਗੁਰਦਿੱਤਾ ਜੀ 5 ਪੈਸੇ ਤੇ ਨਰੇਲ ਲੈ ਕੇ ਬਕਾਲੇ ਵਿਖੇ ਆਏ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਸ ਰਹੇ ਸਨ। ਪਰ ਗੁਰੂ ਸਾਹਿਬ ਜੀ ਗੁਪਤ ਹੀ ਰਹਿ ਰਹੇ ਸਨ। ਰਹਿ ਬਾਬੇ ਬਕਾਲੇ ਸਨ ਤੇ ਗੁਰਤਾ ਗੱਦੀ ਦੇਣ ਵਾਸਤੇ ਹਰਿਕ੍ਰਿਸ਼ਨ ਮਹਾਰਾਜ ਜੀ ਨੇ 5 ਪੈਸੇ ਤੇ ਇੱਕ ਨਾਰੀਅਲ ਦੇ ਕੇ ਭੇਜ ਦਿੱਤਾ ਸੀ ਇਹਨਾਂ ਨੂੰ, ਬਾਬਾ ਬੁੱਢਾ ਜੀ ਨੂੰ ਤੇ ਬਾਬਾ ਗੁਰਦਿੱਤਾ ਜੀ ਨੂੰ। ਪਰ ਗੁਰੂ ਸਾਹਿਬ ਜੀ ਬਾਬੇ ਬਕਾਲੇ ਗੁਪਤ ਹੀ ਰਹੇ, ਪ੍ਰਗਟ ਨਾ ਹੋਏ। ਉਸ ਵੇਲੇ ਭਾਈ ਮੱਖਣ ਸ਼ਾਹ ਲਵਾਣਾ ਆਇਆ, ਗੁਰਤਾ ਗੱਦੀ ਦੇ ਦਿੱਤੀ ਇਹਨਾਂ ਨੂੰ।
ਤੇ ਗੁਪਤ ਰਹੇ, ਕਿਸੇ ਨੂੰ ਦਰਸ਼ਨ ਨਾ ਦਿਆ ਕਰਨ। ਕਿ ਉਸ ਵੇਲੇ ਭਾਈ ਮੱਖਣ ਸ਼ਾਹ ਲਵਾਣਾ ਆਇਆ, ਜਿਸ ਨੇ ਸਮੁੰਦਰ ਵਿੱਚ ਬੇੜਾ ਡੁੱਬਣ ਵੇਲੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਸੀ ਕਿ ਮਹਾਰਾਜ, ਜੋ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ 'ਤੇ ਵਾਰਸ ਹਨ, ਗੱਦੀ 'ਤੇ ਬਿਰਾਜਮਾਨ ਹਨ, ਉਹ ਮੇਰੀ ਰੱਖਿਆ ਕਰਨ। ਮੈਂ ਉਹਨਾਂ ਦੇ ਚਰਨਾਂ ਵਿੱਚ 500 ਮੋਹਰਾਂ ਟੇਕਾਂਗਾ, 500 ਮੋਹਰਾਂ ਭੇਟਾ ਕਰਾਂਗਾ। ਜਦ ਬਕਾਲੇ ਆਣ, ਜਦੋਂ ਮੱਖਣ ਸ਼ਾਹ ਲਵਾਣੇ ਨੇ ਸੁਖਣਾ ਲੈ ਕੇ ਬਕਾਲੇ ਆਣ ਕੇ ਵੇਖਿਆ ਕਿ ਇੱਥੇ ਤਾਂ ਗੁਰਤਾ ਗੱਦੀ ਦੀਆਂ 22 ਮੰਜੀਆਂ ਲਾਈ ਬੈਠੇ ਹਨ। ਆਇਆ ਸੀ ਮੱਖਣ ਸ਼ਾਹ ਲਵਾਣਾ 500 ਮੋਹਰ ਕਿ 9ਵੇਂ ਪਾਤਸ਼ਾਹ ਜੋ ਗੁਰਤਾ ਗੱਦੀ 'ਤੇ ਬਿਰਾਜਮਾਨ ਸਨ ਉਹਨਾਂ ਨੂੰ ਦੇਣ ਲਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਉਦੋਂ ਕਿ ਗੁਪਤ ਜਗ੍ਹਾ 'ਤੇ ਰਹਿ ਰਹੇ ਸਨ ਅਤੇ 22 ਮੰਜੀਆਂ ਲੱਗੀਆਂ ਹੋਈਆਂ ਸਨ। 22 ਮੰਜੀਆਂ ਲੱਗੀਆਂ ਸਨ, 22 ਮੰਜੀਆਂ ਲਾਈ ਬੈਠੇ ਸਨ। ਤਾਂ ਇਸ ਨੇ ਮੱਖਣ ਸ਼ਾਹ ਲਵਾਣੇ ਨੇ ਗੁਰੂ ਦੀ ਪਰਖ ਕਰਨ ਲਈ ਸੰਕਲਪ ਕੀਤਾ ਕਿ ਜਿਹੜੇ ਗੁਰਤਾ ਗੱਦੀ 'ਤੇ ਸੁਭਾਏਮਾਨ ਪੂਰਨ ਸਤਿਗੁਰੂ ਜੀ ਹਨ, ਉਹ ਮੇਰਾ ਬੇੜਾ ਡੁੱਬਣ ਤੋਂ ਬਚਾਉਣ ਵਾਲੀ ਗੱਲ ਦੱਸਣ। ਫਿਰ ਮੈਂ ਉਸ ਨੂੰ ਮੋਹਰਾਂ ਟੇਕਾਂਗਾ ਕਿ ਜਿਹੜਾ ਮੈਨੂੰ ਦੱਸੇਗਾ ਕਿ ਮੈਂ ਤੇਰਾ ਬੇੜਾ ਪਾਰ ਲਾਇਆ ਹੈ, ਮੈਂ ਉਸ ਨੂੰ ਮੋਹਰਾਂ ਟੇਕਾਂਗਾ। 22 ਮੰਜੀਆਂ ਲੱਗੀਆਂ ਸਨ, ਸਮਝ ਨਾ ਆਵੇ ਕਿ ਕਿਹੜਾ ਗੁਰੂ ਹੈ, ਕਿਸ ਨੇ ਮੇਰਾ ਬੇੜਾ ਪਾਰ ਲਾਇਆ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦਾ ਵਾਰਸ ਕੌਣ ਹੈ। ਇਸ ਨੇ ਸਾਰਿਆਂ ਅੱਗੇ ਸੋਚਿਆ, ਆਪਣੀ ਵਿਉਂਤ ਬਣਾਈ ਕਿ 2-2 ਮੋਹਰਾਂ ਰੱਖੀਆਂ। ਜਿਹੜਾ ਦੱਸੇਗਾ ਕਿ ਮੈਂ ਬੇੜਾ ਪਾਰ ਲਾਇਆ ਹੈ, ਫਿਰ ਉੱਥੇ ਮੋਹਰਾਂ ਟੇਕਾਂਗੇ। ਪਰ ਕਿਸੇ ਨੇ ਵੀ ਇਸ ਦੇ ਜਹਾਜ਼ ਬੰਨੇ ਲਾਉਣ ਵਾਲੀ, ਬੇੜਾ ਪਾਰ ਲਾਉਣ ਵਾਲੀ ਕੋਈ ਗੱਲ ਨਾ ਕੀਤੀ। 22 ਦੇ 22 ਜਿਹੜੇ 21 ਸਨ, ਉਹਨਾਂ ਨੂੰ ਮੋਹਰਾਂ 2-2 ਟੇਕੀ ਗਏ। ਅਖੀਰ ਲੋਕਾਂ ਦੇ ਪੁੱਛਣ ਤੋਂ ਇਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆ ਗਿਆ। ਪੁੱਛਿਆ ਕਿ ਹੋਰ ਵੀ ਇੱਥੇ ਕੋਈ ਹੈ ਜੋ ਗੁਰਤਾ ਗੱਦੀ 'ਤੇ ਬਿਰਾਜਮਾਨ ਹੈ, ਗੱਦੀਆਂ ਲਾਈ ਬੈਠੇ ਹਨ। ਤਾਂ ਜਾ ਕੇ ਜਦੋਂ ਲੋਕਾਂ ਤੋਂ ਪੁੱਛਣ ਤੋਂ ਇਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਆਇਆ, ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਲੋਪ ਜਗ੍ਹਾ 'ਚ ਬੈਠ ਰਹੇ ਸਨ, ਪਰਦੇ ਦੇ ਵਿੱਚ ਬੈਠੇ ਹੋਏ ਸਨ। ਅਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਘਰ ਆ ਕੇ ਪੁੱਛਿਆ ਕਿ ਮੈਂ ਤੇਗ ਬਹਾਦਰ ਮਹਾਰਾਜ ਜੀ ਨੂੰ ਮਿਲਣਾ ਹੈ, ਤਾਂ ਮਾਤਾ ਜੀ ਨੇ ਰੋਕਿਆ ਮੱਖਣ ਸ਼ਾਹ ਲਵਾਣੇ ਨੂੰ ਕਿ ਗੁਰੂ ਜੀ ਕਿਸੇ ਨੂੰ ਕੋਲ ਨਹੀਂ ਆਉਣ ਦਿੰਦੇ, ਤੈਨੂੰ ਜਾਣ ਦੀ ਕੋਈ ਆਗਿਆ ਨਹੀਂ। ਕਿ ਉਹਨਾਂ ਨੇ ਰੋਕਣਾ ਕੀਤਾ ਹੈ ਕਿ ਕੋਈ ਮੇਰੇ ਕਮਰੇ ਦੇ ਅੰਦਰ ਨਾ ਆਵੇ, ਪਰ ਫਿਰ ਵੀ ਇਹ ਪ੍ਰੇਮ ਦਾ ਭਿੱਜਿਆ ਹੋਇਆ ਅੰਦਰ ਚਲਿਆ ਗਿਆ। ਸਤਿਗੁਰਾਂ ਦੇ ਪਾਸ 2 ਮੋਹਰਾਂ ਰੱਖ ਕੇ ਭੇਟਾ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਸ 2 ਮੋਹਰਾਂ ਭੇਟਾ ਕਰਕੇ ਚਰਨਾਂ ਪਰ ਨਮਸਕਾਰ ਕੀਤੀ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾ ਬੋਲੇ, ਚੁੱਪ ਹੀ ਰਹੇ। ਇਸ ਨੇ ਸੋਚਿਆ ਕਿ ਮੈਂ ਚਿਖਾ ਬਣਾ ਕੇ ਸੜ ਜਾਵਾਂ, ਮੈਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਚਰਨਾਂ, ਹਰਿਕ੍ਰਿਸ਼ਨ ਜੀ ਦੇ ਬਚਨਾਂ ਅਨੁਸਾਰ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਕਿਉਂ ਨਹੀਂ ਹੋਈ। ਕਿਉਂਕਿ ਉਹਨਾਂ ਦੇ ਬਚਨ ਕੀਤੇ ਸਨ ਕਿ ਅਗਲੇ ਗੁਰੂ ਬਕਾਲੇ ਵਿਖੇ ਹਨ। ਮੱਖਣ ਸ਼ਾਹ ਲਵਾਣਾ ਸੋਚਦਾ ਹੈ ਕਿ ਮੈਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ, ਮੈਨੂੰ ਗੁਰੂ ਜੀ
ਦੇ ਦਰਸ਼ਨ ਨਹੀਂ ਹੋਏ। ਗੁਰੂ ਜੀ ਦੀ ਸਮਝ ਨਹੀਂ ਪਈ ਕਿਹੜੇ ਹਨ ਕਿ ਐਡਾ ਮੇਰੇ ਮਾੜੇ ਕਰਮ, ਇਦੂ ਤਾਂ ਮੈਂ ਚਿਖਾ ਬਣਾ ਕੇ ਸੜ ਜਾਵਾਂ। ਮੈਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਬਚਨਾਂ ਅਨੁਸਾਰ ਕੇ ਆਖਿਆ ਸੀ ਬਾਬਾ ਬਕਾਲੇ ਕਿ 9ਵੇਂ ਪਾਤਸ਼ਾਹ ਬਾਬੇ ਬਕਾਲੇ ਵਸ ਰਹੇ ਹਨ, ਉਹਨਾਂ ਦੇ ਦਰਸ਼ਨ ਨਹੀਂ ਹੋਏ। ਉਹਨਾਂ ਦੇ ਬਚਨਾਂ ਦੇ ਅਨੁਸਾਰ ਪ੍ਰਾਪਤੀ ਕਿਉਂ ਨਹੀਂ ਹੋਈ? ਮੈਂ ਬਾਬੇ ਬਕਾਲੇ ਆਇਆ ਸੀ ਮੋਹਰਾਂ ਟੇਕਣ, ਕਿਉਂਕਿ ਉਹਨਾਂ ਦੇ ਬਚਨ ਕੀਤੇ ਹਨ ਕਿ ਗੁਰੂ ਬਾਬੇ ਬਕਾਲੇ ਹਨ, ਕਿ ਅੱਗੇ ਗੁਰੂ ਬਕਾਲੇ ਵਿਖੇ ਹਨ, ਪਰ ਇੱਥੇ ਤਾਂ ਕੋਈ ਵੀ ਨਹੀਂ। ਇਸ ਤਰ੍ਹਾਂ ਵਿਚਾਰ ਕਰਕੇ ਭਾਈ ਮੱਖਣ ਸ਼ਾਹ ਜੀ ਜਦੋਂ ਬਾਹਰ ਨਿਕਲਣ ਲੱਗੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੱਸ ਪਏ ਅਤੇ ਕਹਿਣ ਲੱਗੇ ਕਿ ਹੇ ਗੁਰਸਿੱਖਾ, ਗੁਰੂ ਘਰ ਵਿੱਚ ਕਿਸੇ ਪ੍ਰਕਾਰ ਦੀ ਮਾਇਆ ਦੀ ਕਮੀ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਮੱਖਣ ਸ਼ਾਹ ਲਵਾਣੇ ਨੂੰ ਕਹਿਣ ਲੱਗੇ ਕਿ ਗੁਰਸਿੱਖਾ, ਗੁਰੂ ਘਰ ਵਿੱਚ ਕਿਸੇ ਪ੍ਰਕਾਰ ਦੀ ਮਾਇਆ ਦੀ ਕਮੀ ਨਹੀਂ ਹੈ ਅਤੇ ਨਾ ਹੀ ਆਪਣੀ ਪੂਜਾ ਕਰਾਉਣ ਦੀ ਭੁੱਖ ਹੈ, ਪਰ ਤੂੰ ਇਹ ਸੰਕਲਪ ਕੀਤਾ ਹੈ ਕਿ ਜਿਸ ਨੇ ਮੇਰਾ ਜਹਾਜ਼ ਬੰਨੇ ਲਾਇਆ ਹੈ, ਪਾਰ ਲਾਇਆ ਹੈ, ਉਹ ਮੈਨੂੰ ਦੱਸਣ। ਉਸ ਵੇਲੇ ਗੁਰੂ ਜੀ ਨੇ ਆਪਣਾ ਮੋਢਾ ਨੰਗਾ ਕਰਕੇ ਦਿਖਾਇਆ, ਜਿਸ ਵਿੱਚ ਕਿੱਲ ਖੁੱਬੇ ਹੋਇਆਂ ਦੇ ਨਿਸ਼ਾਨ ਸਨ। ਜਿਸ ਵੇਲੇ ਤੂੰ ਉਹ ਸੰਕਲਪ ਕਰਕੇ ਚੇਤੇ ਕੀਤਾ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਉਸ ਵੇਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਗੁਰਤਾ ਗੱਦੀ ਸਾਨੂੰ ਅਰਪਣ ਕਰ ਦਿੱਤੀ ਸੀ, ਜਿਸ ਕਰਕੇ ਸਾਨੂੰ ਇਸ ਸਰੀਰ ਵਿੱਚ ਆ ਕੇ ਤੇਰੀ ਸਹਾਇਤਾ ਕਰਨੀ ਪਈ। ਤੇਰੇ ਜਹਾਜ਼ ਨੂੰ ਮੋਢਾ ਲਾ ਕੇ ਪਾਰ ਲਾਉਣਾ ਪਿਆ। ਉਸ ਵੇਲੇ ਤੂੰ 500 ਮੋਹਰਾਂ ਭੇਟਾ ਕਰਨ ਦੀ ਅਰਦਾਸ ਕੀਤੀ ਸੀ, ਪਰ ਹੁਣ ਤੂੰ 2 ਮੋਹਰਾਂ ਹੀ ਰੱਖਣ ਲੱਗਿਆ ਹੈ। ਸਾਨੂੰ ਇਹਨਾਂ ਮੋਹਰਾਂ ਦੀ ਲੋੜ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਮੱਖਣ ਸ਼ਾਹ ਲਵਾਣੇ ਨੂੰ ਕਹਿਣ ਲੱਗੇ ਕਿ ਸਾਨੂੰ ਇਹਨਾਂ ਮੋਹਰਾਂ ਦੀ ਲੋੜ ਨਹੀਂ, ਪਰ ਤੇਰੇ ਅੰਦਰ ਇਹ ਇੱਛਾ ਸੀ ਕਿ ਜਿਨ੍ਹਾਂ ਨੇ ਮੇਰਾ ਜਹਾਜ਼ ਬੰਨੇ ਲਾਇਆ ਹੈ, ਕਿਨਾਰੇ ਲਾਇਆ ਹੈ, ਉਹ ਮੇਰਾ ਸੰਕਲਪ ਦੱਸਣ। ਅਸੀਂ ਤੇਰਾ ਸੰਕਲਪ ਦੱਸਿਆ ਹੈ। ਇਹ ਸੁਣ ਕਰਕੇ ਭਾਈ ਮੱਖਣ ਸ਼ਾਹ ਜੀ ਨੂੰ ਜੋ ਆਨੰਦ ਹੋਇਆ, ਜੋ ਖੁਸ਼ੀਆਂ ਆਈਆਂ, ਉਸ ਦਾ ਅੰਤ ਨਾ ਰਿਹਾ। ਬਹੁਤ ਆਨੰਦਿਤ ਹੋ ਕੇ ਭਾਈ ਮੱਖਣ ਸ਼ਾਹ ਜੀ ਨੇ ਕੋਠੇ ਉੱਪਰ ਚੜ੍ਹ ਕੇ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਕਿਹਾ, ਗੁਰੂ ਲਾਧੋ ਰੇ, ਗੁਰੂ ਲਾਧੋ ਲੈ। ਇਹ ਸੁਣ ਕੇ ਆਲੇ ਦੁਆਲੇ ਤੋਂ ਸਭ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਆ ਗਈਆਂ। ਸਾਰਿਆਂ ਦੇ ਮਨ ਦੀਆਂ ਭਾਵਨਾਵਾਂ ਨੂੰ, ਇਛਾਵਾਂ ਨੂੰ ਗੁਰੂ ਜੀ ਨੇ ਪੂਰਨ ਕੀਤਾ। ਸਭ ਹੀ ਗੁਰੂ ਜੀ ਦੇ ਦਰਸ਼ਨ ਕਰਕੇ ਇਕਾਗਰ ਹੋ ਗਏ। ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਕਾਲੇ ਵਿਖੇ ਇਹ ਪਾਵਨ ਪਵਿੱਤਰ ਉਪਦੇਸ਼ ਸੰਗਤਾਂ ਨੂੰ ਬਖਸ਼ਿਸ਼ ਕੀਤਾ ਕਿ ਉਥਾਨਕਾਂ ਵਿੱਚ ਹੋਰ ਵੀ ਗੱਲਾਂ ਲਿਖੀਆਂ ਹਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਧੂਆਂ ਦੀ ਜਮਾਤ ਨੂੰ ਉਪਦੇਸ਼ ਦਿੱਤਾ ਹੈ। ਉਸ ਵੇਲੇ ਵੀ ਪਤਾ ਹੈ ਕਿੰਨੀਆਂ ਕੁ ਸੰਗਤਾਂ ਸਾਧੂਆਂ ਦੀਆਂ ਜਮਾਤਾਂ ਉੱਥੇ ਬਕਾਲੇ ਵਿਖੇ ਇਕੱਤਰ ਹੋਈਆਂ ਸਨ, ਜਿਨ੍ਹਾਂ ਨੂੰ ਗੁਰੂ ਜੀ ਨੇ ਉਪਦੇਸ਼ ਦਿੱਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਸਾਧੋ ਮਨ ਕਾ ਮਾਨ ਤਿਆਗੋ। ਹੇ ਸਾਧੋ, ਹੇ ਸ੍ਰੇਸ਼ਟ ਪੁਰਖੋ, ਹੇ ਸੰਤ ਜਨੋ, ਹੇ ਸਾਧਨ ਕਰਨ ਵਾਲੇ ਪੁਰਖੋ, ਤੁਸੀਂ ਬੇਅੰਤ ਸਾਧਨਾ ਨੂੰ ਸਾਧਿਆ ਹੈ, ਜਿਸ ਕਰਕੇ ਮਨ ਵਿੱਚ ਮਾਣ ਹੈ ਕਿ ਮੈਂ ਇਤਨੇ ਸਾਧਨ ਕੀਤੇ, ਇਤਨੇ ਗ੍ਰੰਥ ਪੜ੍ਹੇ, ਵਿਦਿਆ ਪੜ੍ਹੀ ਆਦਿਕ। ਜਿਹੜਾ ਮਨ, ਜਿਹੜੇ ਹਿਰਦੇ ਦਾ ਅਭਿਮਾਨ ਹੰਕਾਰ ਹੈ, ਇਸ ਨੂੰ ਤਿਆਗੋ, ਇਸ ਨੂੰ ਤਿਆਗਣਾ ਕਰੋ। ਮਹਾਰਾਜ ਜੀ ਕਹਿਣ ਲੱਗੇ, ਸਾਧੋ ਮਨ ਕਾ ਮਾਨ ਤਿਆਗੋ। ਹੇ ਸਾਧੋ ਸ੍ਰੇਸ਼ਟ ਪੁਰਖੋ ਸੰਤ ਜਨੋ, ਹੇ ਸਾਧਨ ਕਰਨ ਵਾਲੇ ਪੁਰਖੋ, ਤੁਸੀਂ ਬੇਅੰਤ ਸਾਧਨਾ ਨੂੰ ਸਾਧਿਆ ਹੈ, ਜਿਸ ਕਰਕੇ ਮਨ ਵਿੱਚ ਮਾਣ ਹੈ ਸਾਧਨਾ ਕਰਨਾ ਕਰਕੇ ਕਿ ਮੈਂ ਇਤਨੀ ਸਾਧਨਾ ਕੀਤੀ,
ਇਤਨੇ ਗ੍ਰੰਥ ਪੜ੍ਹੇ ਵਿਦਿਆ ਪੜ੍ਹੀ ਆਦਿਕ, ਜਿਹੜਾ ਹਿਰਦੇ ਦਾ ਮਾਨ ਹੈ, ਹੰਕਾਰ ਹੈ, ਅਭਿਮਾਨ ਹੈ, ਇਸ ਨੂੰ ਤਿਆਗਣਾ ਕਰੋ। ਅਤੇ ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ। ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਅਤੇ ਦੁਰਜਨ ਖੋਟੇ ਪੁਰਖਾਂ ਦੀ ਸੰਗਤ ਮਿਲਾਪ, ਤਾਂ ਤੇ ਅਹਨਿਸ ਭਾਗੋ, ਉਸ ਤੋਂ ਅਹਨਿਸ ਰਾਤ ਦਿਨ ਦੂਰ ਭੱਜਣਾ ਕਰੋ। ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਅਹਨਿਸ ਭਾਗੋ। ਕਿ ਹੇ ਭਾਈ, ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਅਤੇ ਦੁਰਜਨ ਖੋਟੇ ਪੁਰਸ਼ਾਂ ਦੀ ਸੰਗਤ, ਦੁਸ਼ਟ ਚੌਂਕੜੀ, ਜਿਹੜੇ ਕਿ ਮਾੜੇ ਕਰਮ ਕਰਦੇ ਹਨ, ਉਹਨਾਂ ਦੀ ਸੰਗਤ, ਉਹਨਾਂ ਦੇ ਮਿਲਾਪ ਹੈ ਜਿਹੜਾ, ਉਸ ਤੋਂ ਅਹਨਿਸ ਭਾਗੋ, ਉਸ ਤੋਂ ਅਹਨਿਸ ਰਾਤ ਦਿਨ ਦੂਰ ਭੱਜਣਾ ਕਰੋ। ਕਿ ਮਾੜਿਆਂ ਦੀ ਸੰਗਤ ਨਾ ਕਰੋ। ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸਾ ਅਤੇ ਦੁਰਜਨ ਖੋਟੇ ਪੁਰਸ਼ਾਂ ਦੀ ਸੰਗਤ ਹੈ ਜਿਹੜੀ, ਉਸ ਤੋਂ ਦਿਨ ਰਾਤ ਦੂਰ ਭੱਜਣਾ ਕਰੋ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਭਗਤ ਕਬੀਰ ਜੀ ਨੇ ਵੀ 1371 ਅੰਗ 'ਤੇ ਸਮਝਾਉਣਾ ਕੀਤਾ ਹੈ। ਕਬੀਰ ਜੀ ਕਹਿਣ ਲੱਗੇ, ਸਾਖਤ ਸੰਗ ਨਾ ਕੀਜੀਐ। ਜੋ ਸਾਖਤ ਹੁੰਦਾ ਹੈ, ਕਠੋਰ ਚਿੱਤ ਵਾਲਾ, ਕਿ ਮਾੜਾ ਪੁਰਸ਼ ਹੁੰਦਾ ਹੈ, ਉਸ ਦੀ ਸੰਗਤ ਨਾ ਕਰੀਏ। ਦੂਰਹਿ ਜਾਈਏ ਭਾਗ, ਕੇ ਉਸ ਤੋਂ ਦੂਰ ਹੀ ਭੱਜ ਜਾਈਏ, ਉਸ ਦੀ ਸੰਗਤ ਨਾ ਕਰੀਏ। ਦੁੱਖ ਸੁੱਖ ਦੋਨੋਂ ਸਮ ਕਰ ਜਾਣੈ, ਕਿ ਖੁਸ਼ੀ ਦੇ ਸਮੇਂ, ਗਮੀ ਦੇ ਸਮੇਂ ਦੋਵਾਂ ਨੂੰ ਬਰਾਬਰ ਬਿਰਤੀ ਕਰਕੇ ਜਾਣਨਾ ਕਰੋ। ਔਰ ਮਾਨ ਅਪਮਾਨਾ, ਭਾਵ ਕਿ ਖੁਸ਼ੀ ਦੇ ਸਮੇਂ ਅਤੇ ਦੁੱਖ ਗਮੀ ਦੇ ਸਮੇਂ ਦੋਨਾਂ ਨੂੰ ਬਰਾਬਰ ਬਿਰਤੀ ਕਰਕੇ ਜਾਣਨਾ ਕਰੋ। ਭਾਵ ਸੁੱਖ ਦੁੱਖ ਨੂੰ ਇੱਕੋ ਜਿਹਾ ਅਤੇ ਮਾਨ ਸਤਿਕਾਰ ਅਤੇ ਅਪਮਾਨਾਂ ਨਿਰਾਦਰ ਨੂੰ ਇੱਕ ਸਮਾਨ ਹੀ ਜਾਣੋ। ਭਾਵ ਦੋਨਾਂ ਹਾਲਤਾਂ ਵਿੱਚੋਂ ਇੱਕੋ ਜਿਹੀ ਬਿਰਤੀ ਰੱਖਣਾ ਕਰੋ। ਹਰਖ ਸੋਗ ਤੇ ਰਹਿ ਅਤੀਤਾ, ਪਦਾਰਥ ਦੇ ਆਉਣ 'ਤੇ ਹਰਖ ਹੋਣਾ, ਖੁਸ਼ ਹੋਣਾ, ਅਤੇ ਨਾਸ ਹੋ ਜਾਣ ਦੇ, ਪਦਾਰਥਾਂ ਦੇ ਨਾਸ ਹੋ ਜਾਣ ਤੋਂ ਚਿੰਤਾ ਦੇ ਸਹਿਤ ਹੋਣਾ, ਜਿਹੜਾ ਇਹ ਦੋਨਾਂ ਹਾਲਤਾਂ ਤੋਂ ਅਤੀਤਾ, ਅਸੰਗ, ਵੱਖਰਾ ਰਹਿਣਾ ਕਰਦਾ ਹੈ, ਉਸਨੇ ਸੰਸਾਰ ਵਿੱਚ ਤਿੰਨ ਜਗ ਤਤ ਪਛਾਨਾ, ਕਿ ਉਸਨੇ ਸੰਸਾਰ ਵਿੱਚ ਸਿਧਾਂਤ ਰੂਪ ਵਾਸਤਵ ਰੂਪੀ ਅਸਲੀ ਗਿਆਨ ਸਰੂਪ ਨੂੰ ਪਛਾਣ ਲਿਆ ਹੈ। ਕਿ ਜੋ ਖੁਸ਼ੀ ਦੇ ਸਮੇਂ ਅਤੇ ਗਮੀ ਦੇ ਸਮੇਂ ਦੋਨਾਂ ਨੂੰ ਬਰਾਬਰ ਸਮਝਦਾ ਹੈ ਅਤੇ ਇੱਕੋ ਜਿਹਾ ਜਾਣਦਾ ਹੈ, ਮਾਨ ਸਤਿਕਾਰ ਅਤੇ ਨਿਰਾਦਰ ਨੂੰ ਇੱਕੋ ਜਿਹਾ ਜਾਣਦਾ ਹੈ, ਦੋਨਾਂ ਵਿੱਚ ਇੱਕੋ ਹੀ ਹਾਲਤ ਵਿੱਚ ਰਹਿੰਦਾ ਹੈ, ਇੱਕੋ ਜਿਹੀ ਬਿਰਤੀ ਰੱਖਦਾ ਹੈ। ਪਦਾਰਥ ਦੇ ਆਉਣ ਤੋਂ ਖੁਸ਼ ਹੋਣਾ ਅਤੇ ਨਾਸ ਹੋਣ ਤੋਂ ਚਿੰਤਾ ਦੇ ਸਹਿਤ ਹੋਣਾ, ਜਿਹੜਾ ਇਹ ਦੋਵਾਂ ਹਾਲਤਾਂ ਤੋਂ ਅਤੀਤਾ ਹੈ, ਅਸੰਗ ਹੈ, ਵੱਖਰਾ ਰਹਿੰਦਾ ਹੈ, ਉਸਨੇ ਸੰਸਾਰ ਵਿੱਚ ਤੱਤ ਸਿਧਾਂਤ ਵਾਸਤਵ ਰੂਪ ਅਸਲੀ ਗਿਆਨ ਸਰੂਪ ਨੂੰ ਪਛਾਣ ਲਿਆ ਹੈ। ਉਸਨੇ ਉਸ ਪਰਮੇਸ਼ਰ ਦੀ ਪਛਾਣ ਕਰ ਲਈ ਹੈ ਕਿ ਉਹ ਦੱਸਦਾ ਹੈ ਕਿ ਏਕੋ ਹੈ ਭਾਈ, ਏਕੋ ਹੈ ਸਤਿਗੁਰ ਮੇਰਾ, ਏਕੋ ਹੈ, ਇੱਕ 'ਤੇ ਟੇਕ ਹੋ ਜਾਂਦੀ ਹੈ। ਮਹਾਰਾਜ ਜੀ ਕਹਿਣ ਲੱਗੇ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਆਪਣੀ ਉਸਤਤ ਵਡਿਆਈ ਕਰਨੀ ਅਤੇ ਦੂਸਰੇ ਦੀ ਨਿੰਦਿਆ ਕਰਨੀ, ਕਿਸੇ ਦੀ ਵਡਿਆਈ ਅਤੇ ਕਿਸੇ ਦੀ ਨਿੰਦਾ ਆਪਜਸ ਕਰਨਾ, ਇਸ ਪ੍ਰਕਾਰ ਇਹਨਾਂ ਦੋਵਾਂ ਨੂੰ ਤਿਆਗਣਾ ਕਰੋ ਅਤੇ ਨਿਰਵਾਨਾ ਬੰਧਨਾਂ ਤੋਂ ਰਹਿਤ
ਪਦਵੀ ਨੂੰ ਖੋਜਣਾ ਕਰੇ। ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਗੁਰੂ ਜੀ ਕਥਨ ਕਰਦੇ ਹਨ ਕਿ ਇਹ ਸਾਰਾ ਉਪਰੋਕਤ ਮਾਣ ਲੱਛਣਾ ਵਿਕਾਰ ਛੱਡਣੇ, ਵਾਹਿਗੁਰੂ ਮਾਣ ਛੱਡਣਾ, ਵਿਕਾਰ ਛੱਡਣੇ, ਖੋਟਿਆਂ ਦੀ ਸੰਗਤ ਛੱਡਣੀ, ਸੁੱਖ ਦੁੱਖ ਵਿੱਚ ਇੱਕ ਸਮਾਨ ਰਹਿਣਾ, ਮਾਨ ਅਪਮਾਨ ਵਿੱਚ ਇੱਕੋ ਜਿਹਾ ਰਹਿਣਾ, ਹਰਖ ਸੋਗ ਤੇ ਅਤੀਤ ਰਹਿਣਾ, ਅਸੰਗ ਰਹਿਣਾ, ਉਸਤਤ ਅਤੇ ਨਿੰਦਿਆ ਨੂੰ ਛੱਡਣਾ। ਇਹ ਖੇਲ ਬਹੁਤ ਹੀ ਕਠਿਨ ਹੈ, ਬਹੁਤ ਹੀ ਮੁਸ਼ਕਲ ਹੈ। ਇਸ ਦੇ ਵਿੱਚ ਕੋਈ ਬਿਰਲਾ ਹੀ ਰਹਿੰਦਾ ਹੈ ਕਿ ਮਾਣ ਨਹੀਂ ਛੱਡਦਾ ਕੋਈ, ਵਿਕਾਰ ਨਹੀਂ ਛੱਡਦਾ ਕੋਈ, ਕਿ ਖੋਟਿਆਂ ਦੀ ਸੰਗਤ ਨਹੀਂ ਛੱਡਦਾ, ਮਾਨ ਅਪਮਾਨ ਦੇ ਵਿੱਚ ਇੱਕੋ ਜਿਹਾ ਨਹੀਂ ਰਹਿੰਦਾ। ਜੇ ਅਪਮਾਨ ਹੋ ਜੇ ਤਾਂ ਲੜਨ ਨੂੰ ਤਿਆਰ ਹੋ ਜਾਂਦਾ ਹੈ, ਜੇ ਮਾਨ ਹੋ ਜੇ ਤਾਂ ਹੰਕਾਰ ਦੇ ਵਿੱਚ ਫੁੱਲ ਜਾਂਦਾ ਹੈ ਕਿ ਇਹਨਾਂ ਨੂੰ ਕੋਈ ਛੱਡਣਾ ਨਹੀਂ ਕਰਦਾ। ਮਹਾਰਾਜ ਜੀ ਕਹਿਣ ਲੱਗੇ ਇਸ ਨੂੰ ਕਿਸੇ ਕਿਸੇ ਗੁਰਮੁਖ ਜਨਾਂ ਨੇ ਹੀ ਗੁਰਾਂ ਦੁਆਰਾ ਜਾਣਿਆ ਹੈ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਕਿਨਹੂ ਕਿਸੇ ਗੁਰਮੁਖ ਬਿਰਲੇ ਨੇ ਹੀ ਜਾਣਨਾ ਕੀਤਾ ਹੈ ਕਿ ਹਰਖ ਸੋਗ ਤੇ ਰਹਿ ਨਿਆਰਾ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਤੇ ਜਿਹੜਾ ਆਸਾ ਮਨਸਾ ਛੱਡ ਦਿੰਦਾ ਹੈ, ਇਸ ਸੰਸਾਰ ਤੋਂ ਨਿਰਾਸਾ ਤੇ ਪਰਮਾਤਮਾ ਦੇ ਨਾਮ ਦੇ ਵਿੱਚ ਖੁਸ਼ ਰਹਿੰਦਾ ਹੈ, ਉਹ ਬਿਰਲਾ ਹੀ ਹੁੰਦਾ ਹੈ। ਕੋਈ ਕੋਟਨ ਮੈਂ ਕੋ ਨਾਰਾਇਣ ਜੇ ਚੀਤ, ਜਿਸ ਦੇ ਚਿੱਤ ਵਿੱਚ ਪਰਮੇਸ਼ਰ ਦਾ ਨਾਮ ਹੈ, ਉਹ ਕਰੋੜਾਂ ਦੇ ਵਿੱਚੋਂ ਕੋਈ ਬਿਰਲਾ ਹੀ ਹੁੰਦਾ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਮਹੱਲਾ ਨਾਵਾ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਰ ਮਾਨੈ। ਚਰਜ ਲਖਿਓ ਨਾ ਜਾਈ ਰਹਾਉ, ਕਾਮ ਕ੍ਰੋਧ ਮੋਹ ਬਸ ਪ੍ਰਾਨੀ। ਹਰ ਮੂਰਤ ਬਿਸਰਾਈ, ਝੂਠਾ ਤਨ ਸਾਚਾ ਕਰ ਮਾਨਿਓ। ਜਿਉ ਸੁਪਨਾ ਰਹਿ ਨਾਈ, ਜੋ ਦੀਸੈ ਸੋ ਸਗਲ ਬਿਨਾਸੈ। ਜਿਉ ਬਾਦਰ ਕੀ ਛਾਈ, ਜਨ ਨਾਨਕ ਜਗ ਜਾਣਿਓ ਮਿਥਿਆ। ਰਹਿਓ ਰਾਮ ਸਰਨਾਈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਬਦ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਬੈਰਾਗਮਈ ਹੁੰਦੇ ਹਨ ਜ਼ਿਆਦੇ। ਸਤਿਗੁਰੂ ਕਹਿਣ ਲੱਗੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੋਂ ਸੰਗਤਾਂ ਨੇ ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਜੀ ਇਹ ਜੋ ਸੰਸਾਰ ਦੀ ਰਚਨਾ ਹੈ, ਇਸ ਨੂੰ ਕੋਈ ਕਿਸੇ ਪ੍ਰਕਾਰ ਮੰਨਦਾ ਹੈ, ਕੋਈ ਕਿਸੇ ਪ੍ਰਕਾਰ ਆਪ ਜੀ ਦੱਸਣਾ ਕਰੋ ਕਿ ਇਹ ਰਚਨਾ ਕਿਸ ਨੇ ਬਣਾਈ ਹੈ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਹਨ, ਨੌਵੇਂ ਪਾਤਸ਼ਾਹ ਜੀ, ਸਾਧੋ ਰਚਨਾ ਰਾਮ ਬਣਾਈ। ਕਹਿਣ ਲੱਗੇ ਹੈ ਸਾਧੋ ਸ੍ਰੇਸ਼ਟ ਜਨੋ, ਇਹ ਚਾਰੇ ਖਾਣੀਆਂ ਵਿੱਚ 84 ਲੱਖ ਜੂਨਾ ਰੂਪ ਸੰਸਾਰ ਨੂੰ ਬਣਾਉਣ ਦੀ ਕਿਰਿਆ, ਬਣਾਉਣ ਦੀ ਰਚਨਾ ਰਾਮ ਬਣਾਈ ਸ੍ਰਿਸ਼ਟੀ ਹੈ, ਜਿਹੜੀ ਰਾਮ ਰਮੇ ਹੋਏ ਪਰਮੇਸ਼ਰ ਨੇ ਹੀ ਬਣਾਉਣਾ ਕੀਤੀ ਹੈ। ਸਾਧੋ ਰਚਨਾ ਰਾਮ ਬਣਾਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਹੇ ਸਾਧੋ ਸ੍ਰੇਸ਼ਟ ਜਨੋ, ਸੰਤ ਜਨੋ, ਇਹ ਚਾਰੇ ਖਾਣੀਆਂ ਅੰਡਜ ਜੇਰਜ ਸੇਤਜ ਉਤਪਜ ਤੇ 84 ਲੱਖ ਜੂਨਾ, ਚਾਰੇ ਖਾਣੀਆਂ ਦੇ ਵਿੱਚ 84 ਲੱਖ ਜੂਨਾ ਰੂਪ ਸੰਸਾਰ ਬਣਾਉਣ ਦੀ ਰਚਨਾ, ਕਿ ਇਹ ਬਣਾਉਣ ਦੀ ਕਿਰਿਆ ਸ੍ਰਿਸ਼ਟੀ ਹੈ ਜਿਹੜੀ ਪਰਮੇਸ਼ਰ ਨੇ ਆਪ ਹੀ ਬਣਾਉਣਾ ਕੀਤੀ ਹੈ। ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਅਕਾਲ ਪੁਰਖ ਆਪ ਹੀ ਹੈ, ਉਸ ਨੇ ਹੀ ਬਣਾਉਣਾ ਕੀਤੀ ਹੈ। ਇੱਕ ਬਿਨਸੈ ਇੱਕ ਅਸਥਿਰ ਮਾਨੈ,
ਕਿ ਇੱਕ ਕਈ ਤਾਂ ਸੰਸਾਰ ਵਿੱਚੋਂ ਸ਼ਹਿਰ ਛੱਡ ਕੇ, ਵਾਹਿਗੁਰੂ, ਕਈ ਤਾਂ ਸੰਸਾਰ ਵਿੱਚੋਂ ਸਰੀਰ ਛੱਡ ਕੇ ਬਿਨਸੈ ਨਾਸ ਹੁੰਦੇ ਜਾ ਰਹੇ ਹਨ। ਇੱਕ ਬਿਨਸੈ ਕਿ ਇੱਕ ਕਈ ਤਾਂ ਸੰਸਾਰ ਵਿੱਚੋਂ ਸਰੀਰ ਛੱਡ ਕੇ ਨਾਸ ਹੁੰਦੇ ਜਾ ਰਹੇ ਹਨ। ਇੱਕ ਅਸਥਿਰ ਮਨ ਹੈ ਤੇ ਕਈ ਇੱਥੇ ਆਪਣੇ ਆਪ ਨੂੰ ਜ਼ਮੀਨ ਜਾਇਦਾਦ ਦਾ ਮਾਲਕ ਸਮਝ ਕੇ ਅਸਥਿਰ ਸਥਿਤ ਮੰਨੀ ਬੈਠੇ ਹਨ ਕਿ ਅਸੀਂ ਸਦਾ ਰਹਿਣਾ ਹੈ ਇੱਥੇ, ਇੱਥੋਂ ਕਦੇ ਜਾਣਾ ਹੀ ਨਹੀਂ। ਜੀਵ ਦੇ ਚੇਤੇ ਨਹੀਂ ਹੈਗਾ ਇੱਥੋਂ ਜਾਣਾ ਮਰਨਾ। ਭਗਤ ਜੀ ਨੇ ਵੀ ਕਿਹਾ ਹੈ ਕਿ ਜੀਵ ਭੁੱਲਿਆ ਬੈਠਾ ਹੈ, ਮੈਂ ਨਹੀਂ ਮਰਬੋ ਮਰਬੋ ਸੰਸਾਰਾ। ਕਿ ਜੇ ਕਿਸੇ ਮ੍ਰਿਤਕ ਦੇਹ ਦੇ ਮਗਰ ਵੀ ਜਾਂਦਾ ਹੋਵੇ, ਉਸ ਵਕਤ ਵੀ ਇਹ ਨਹੀਂ ਸੋਚਦਾ ਕਿ ਮੈਂ ਵੀ ਇਸ ਤਰ੍ਹਾਂ ਇੱਕ ਦਿਨ ਜਾਣਾ ਹੈ। ਉਦੋਂ ਵੀ ਦੁਨਿਆਵੀ ਗੱਲਾਂ ਤਾਂ ਜਾਂ ਕਿਸੇ ਦੀ ਫੋਕੀ ਵਡਿਆਈ ਜਾਂ ਕਿਸੇ ਦੀ ਨਿੰਦਿਆ ਦੇ ਵਿੱਚ ਲੱਗਿਆ ਰਹਿੰਦਾ ਹੈ, ਆਲ ਪਤਾਲ ਬੋਲਦਾ ਹੈ। ਉਤਨਾ ਚਿਰ ਵੀ ਰੱਬ ਦਾ ਨਾਮ ਕੋਈ ਵਿਰਲਾ ਹੀ ਲੈਂਦਾ ਹੈ ਕਿ ਜਦੋਂ ਕਿਸੇ ਦੇ ਮਗਰ ਜਾਂਦਾ ਹੈ ਮ੍ਰਿਤਕ ਦੇਹ ਦੇ, ਉਦੋਂ ਤਾਂ ਘੱਟੋ ਘੱਟ ਚੇਤੇ ਰੱਖੇ ਕਿ ਮੌਤ ਮੇਰੇ ਵੀ ਸਿਰ 'ਤੇ ਆਉਣੀ ਹੈ। ਇਹ ਇੱਕ ਦਿਨ ਮੈਨੂੰ ਵੀ ਇਸੇ ਤਰ੍ਹਾਂ ਲਿਜਾਣਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਨਾਲ ਸਮਝਾਉਣਾ ਕੀਤਾ ਹੈ। ਇੱਕ ਬਿਨਸੈ ਇੱਕ ਅਸਥਿਰ ਮਨ ਹੈ ਕਿ ਕਈ ਤਾਂ ਸੰਸਾਰ ਵਿੱਚੋਂ ਸਰੀਰ ਛੱਡ ਕੇ ਨਾਸ ਹੁੰਦੇ ਜਾ ਰਹੇ ਹਨ। ਕਈ ਇੱਥੇ ਆਪਣੇ ਆਪ ਨੂੰ ਜ਼ਮੀਨ ਜਾਇਦਾਦ ਦਾ ਮਾਲਕ ਸਮਝ ਕੇ ਸਥਿਤ ਮੰਨੀ ਬੈਠੇ ਹਨ ਕਿ ਇੱਥੇ ਹੀ ਰਹਿਣਾ ਹੈ, ਕਿ ਅਸੀਂ ਮਰਨਾ ਵੀ ਨਹੀਂ। ਐਸੀ ਅਚਰਜ ਮਾਇਆ ਹੈ। ਮਹਾਰਾਜ ਜੀ ਦੇ ਇਸ ਅਚਰਜ ਭੇਦ ਨੂੰ ਜਾਣਿਆ ਨਹੀਂ ਜਾਂਦਾ ਕਿ ਜੋ ਅਕਾਲ ਪੁਰਖ ਦਾ ਇਹ ਭੇਦ ਹੈ, ਇਸ ਨੂੰ ਜਾਣਿਆ ਨਹੀਂ ਜਾਂਦਾ ਕਿ ਜੀਵ ਦੇ ਅੰਦਰ ਕੀ ਭਰਿਆ ਹੈ। ਸੋਚਦਾ ਹੀ ਨਹੀਂ ਕਿ ਮੈਂ ਮਰਨਾ ਹੈ, ਮਰਨਾ ਚੇਤੇ ਨਹੀਂ ਕਰਦਾ। ਐਸਾ ਅਚਰਜ ਜੋ ਮਾਇਆ ਦਾ ਹੈ, ਮਹਾਰਾਜ ਜੀ ਦੇ ਇਸ ਅਚਰਜ ਭੇਦ ਨੂੰ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ। ਰਹਾਉ ਵਿਸ਼ਰਾਮ ਦੇ ਕੇ ਅੱਗੇ ਮਹਾਰਾਜ ਜੀ 9ਵੇਂ ਪਾਤਸ਼ਾਹ ਸਮਝਾ ਰਹੇ ਹਨ। ਕਾਮ ਕ੍ਰੋਧ ਮੋਹ ਬਸ ਪਰਾਨੀ, ਹਰ ਮੂਰਤ ਬਿਸਰਾਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਕਈ ਪ੍ਰਾਣੀਆਂ ਨੇ ਪ੍ਰਾਣਧਾਰੀ ਜੀਵਾਂ ਨੇ ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸੇ ਦੇ ਸਨੇਹ, ਗੁੱਸੇ ਦੇ ਮੋਹ ਕਰਕੇ ਰਾਗ ਦੇ ਵਸ ਵਿੱਚ ਹੋ ਕੇ ਹਰੀ ਪਰਮੇਸ਼ਰ ਦੀ ਸਤ ਚਿੱਤ ਆਨੰਦ ਰੂਪ ਸਰੂਪ ਨੂੰ ਵਿਸਾਰ ਛੱਡਿਆ ਹੈ, ਭੁਲਾ ਛੱਡਿਆ ਹੈ। ਕਾਮ ਕ੍ਰੋਧ ਮੋਹ ਬਸ ਪਰਾਨੀ, ਹਰ ਮੂਰਤ ਬਿਸਰਾਈ। ਕਿ ਕਈ ਪ੍ਰਾਣੀਆਂ ਨੇ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸੇ ਦੇ ਸਨੇਹ, ਰਾਗ ਦੇ ਵਸ ਵਿੱਚ ਹੋ ਕੇ ਹਰੀ ਪਰਮੇਸ਼ਰ ਦੀ ਸਤ ਚਿੱਤ ਆਨੰਦ ਸਰੂਪ ਨੂੰ, ਹਸਤੀ ਨੂੰ ਵਿਸਾਰ ਛੱਡਿਆ ਹੈ, ਭੁਲਾ ਛੱਡਿਆ ਹੈ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ। ਜਿਉਂ ਜਿਵੇਂ ਰਹਿ ਨਾਈ ਰਾਤ ਨੂੰ ਸੁਪਨਾ ਆਉਂਦਾ ਹੈ ਕਿ ਇੱਕ ਕੰਗਾਲ ਰਾਜਾ ਬਣ ਗਿਆ। ਜਦ ਜਾਗ ਕੇ ਵੇਖਿਆ ਤਾਂ ਕੰਗਾਲ ਹੀ ਸੀ, ਇਉਂ ਉਹ ਸੁਪਨਾ ਝੂਠਾ ਸੀ। ਇਸੇ ਪ੍ਰਕਾਰ ਅਵਸਥਾ ਰੂਪੀ ਅਵਿਦਿਆ ਰੂਪੀ ਰਾਤ ਨੂੰ ਸੰਸਾਰ ਰੂਪੀ ਸੁਪਨੇ ਵਿੱਚ ਇਹ ਸਰੀਰ ਤਾਂ ਝੂਠਾ ਹੋਣ ਵਾਲਾ ਹੈ, ਨਾਸ ਹੋਣ ਵਾਲਾ ਹੈ, ਪਰ ਅਗਿਆਨ ਦੇ ਬਲ ਕਰਕੇ ਸੱਚਾ ਮੰਨਿਆ ਹੋਇਆ ਹੈ ਇਸ ਨੇ, ਗਿਆਨ ਨਾ ਹੋਣ ਕਰਕੇ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ। ਕਿ ਜਿਵੇਂ ਰਾਤ ਨੂੰ ਸੁਪਨਾ ਆਉਂਦਾ ਹੈ ਕਿ ਇੱਕ ਕੰਗਾਲ ਰਾਜਾ ਬਣ ਗਿਆ,
ਤੇ ਇੱਕ ਕੰਗਾਲ ਸੀ ਜਿਹੜਾ ਰਾਜਾ ਬਣ ਗਿਆ। ਸੁਪਨੇ ਦੇ ਵਿੱਚ ਜਦ ਜਾਗ ਕੇ ਵੇਖਿਆ ਤਾਂ ਕੰਗਾਲ ਦਾ ਕੰਗਾਲ ਹੀ ਸੀ। ਸੁਪਨੇ ਵਿੱਚ ਰਾਜਾ ਬਣ ਕੇ ਨਹੀਂ ਰਾਜਾ ਬਣਿਆ ਜਾਂਦਾ। ਜਦੋਂ ਕੰਗਾਲ ਹੀ ਸੀ, ਸੁਪਨਾ ਰਾਜਿਆਂ ਵਾਲਾ ਆ ਗਿਆ ਤੇ ਜਾਗ ਆਈ ਤਾਂ ਕੰਗਾਲ ਦਾ ਕੰਗਾਲ ਹੀ ਸੀ। ਇਉਂ ਇਹ ਸੁਪਨਾ ਝੂਠਾ ਸੀ। ਇਸੇ ਪ੍ਰਕਾਰ ਅਵਸਥਾ ਰੂਪੀ ਅਵਿਦਿਆ ਰੂਪੀ ਰਾਤ ਨੂੰ ਸੰਸਾਰ ਰੂਪੀ ਸੁਪਨੇ ਵਿੱਚ ਇਹ ਸਰੀਰ ਤਾਂ ਝੂਠਾ ਨਾਸ ਹੋਣ ਵਾਲਾ ਹੈ, ਪਰ ਅਗਿਆਨ ਦੇ ਬਲ ਕਰਕੇ, ਗਿਆਨ ਨਾ ਹੋਣ ਕਰਕੇ ਸੱਚਾ ਮੰਨਿਆ ਹੋਇਆ ਹੈ ਕਿ ਇਹ ਸਰੀਰ ਖਤਮ ਨਹੀਂ ਹੋਣਾ, ਇਸ ਨੇ ਨਾਸ ਨਹੀਂ ਹੋਣਾ, ਇਹ ਝੂਠਾ ਮੰਨੀ ਬੈਠਾ ਹੈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਇਹ ਸੰਸਾਰ ਵਿੱਚ ਜਿਹੜਾ ਕੁਝ ਇੰਨਾ ਅਸਥੂਲ ਅੱਖਾਂ ਨਾਲ ਦਿਸ ਰਿਹਾ ਹੈ, ਜੋ ਦੀਸੈ ਸੋ ਸਗਲ ਬਿਨਾਸੈ, ਜੋ ਇਹ ਸੰਸਾਰ ਵਿੱਚ ਜਿਹੜਾ ਕੁਝ ਵੀ ਅਸਥੂਲ ਅੱਖਾਂ ਨਾਲ ਦਿਸ ਰਿਹਾ ਹੈ, ਸੋ ਉਹ ਸਾਰਾ ਕੁਝ ਇਉਂ ਬਿਨਾਸੈ ਵਿਸ਼ੇਸ਼ ਕਰਕੇ ਨਾਸ ਹੋ ਜਾਣ ਵਾਲਾ ਹੈ। ਜਿਉਂ ਬਾਦਰ ਕੀ ਛਾਈ, ਜਿਵੇਂ ਬਾਦਰ ਬੱਦਲਾਂ ਦੀ ਛਾਂ ਤੇ ਬੱਦਲਾਂ ਦੀ ਛਾਇਆ ਬਹੁਤਾ ਚਿਰ ਟਿਕੀ ਨਹੀਂ ਰਹਿੰਦੀ। ਜਿਸ ਵਕਤ ਪਰਾਲਬਧ ਰੂਪੀ ਪੌਣ ਵਗਦੀ ਹੈ, ਉਦੋਂ ਪਦਾਰਥਾਂ ਦੇ ਸੁੱਖ ਬੱਦਲਾਂ ਦੀ ਛਾਂ ਵਾਂਗੂ ਨਾਸ ਹੋ ਜਾਂਦੇ ਹਨ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ, ਕਿ ਇਹ ਸੰਸਾਰ ਵਿੱਚ ਜਿਹੜਾ ਕੁਝ ਇਹਨਾਂ ਅਸਥੂਲ ਅੱਖਾਂ ਨਾਲ ਦਿਸ ਰਿਹਾ ਹੈ, ਉਹ ਸਾਰਾ ਕੁਝ ਇਉਂ ਵਿਸ਼ੇਸ਼ ਕਰਕੇ ਨਾਸ ਹੋ ਜਾਣ ਵਾਲਾ ਹੈ, ਜਿਵੇਂ ਬੱਦਲਾਂ ਦੀ ਛਾਇਆ ਬਹੁਤਾ ਚਿਰ ਟਿਕੀ ਨਹੀਂ ਰਹਿੰਦੀ। ਜਿਸ ਵਕਤ ਪਰਾਲਬਧ ਰੂਪੀ ਪੌਣ ਵਗਦੀ ਹੈ, ਉਦੋਂ ਪਦਾਰਥਾਂ ਦੇ ਸੁੱਖ ਬੱਦਲਾਂ ਦੀ ਛਾਂ ਵਾਂਗੂ ਨਾਸ ਹੋ ਜਾਂਦੇ ਹਨ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਉਂ ਸੰਸਾਰ ਨੂੰ ਮਿਥਿਆ ਅਣ ਹੋਇਆ ਝੂਠਾ ਜਾਣ ਕਰਕੇ ਪਰਮੇਸ਼ਰ ਦੀ ਸਰਨਾਈ ਸਰਨ ਵਿੱਚ ਆ ਕੇ ਰਹਿਣਾ ਕਰੋ। ਜਨ ਨਾਨਕ ਜਗ ਜਾਣਿਓ ਮਿਥਿਆ, ਰਹਿਓ ਰਾਮ ਸਰਨਾਈ। ਸਤਿਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਸ ਸੰਸਾਰ ਨੂੰ ਅਣ ਹੋਇਆ ਝੂਠਾ ਜਾਣ ਕਰਕੇ ਪਰਮੇਸ਼ਰ ਦੀ ਸਰਨ ਵਿੱਚ ਰਹਿਣਾ ਕਰੋ। ਜਿਹੜਾ ਪਰਮੇਸ਼ਰ ਦੀ ਸਰਣਾਈ ਸਰਨ ਵਿੱਚ ਆ ਕੇ ਰਹਿਣ ਲੱਗ ਪਿਆ ਹੈ, ਉਸ ਜਨ ਉਸ ਪੁਰਖ ਨੇ ਜਗਤ ਨੂੰ ਮਿਥਿਆ, ਜਗਤ ਨੂੰ ਝੂਠਾ ਜਾਣਿਆ ਹੈ, ਮਿਥਿਆ ਨਿਸ਼ਚੈ ਕੀਤਾ ਹੈ। ਮਹਾਰਾਜ ਜੀ ਬੜੇ ਹੀ ਵਿਸਥਾਰ ਦੇ ਨਾਲ ਸਮਝਾ ਰਹੇ ਹਨ ਕਿ ਹੇ ਭਾਈ, ਇਉਂ ਸੰਸਾਰ ਨੂੰ ਅਣ ਹੋਇਆ ਝੂਠਾ ਜਾਣ ਕਰਕੇ ਪਰਮੇਸ਼ਰ ਦੀ ਸਰਨ ਵਿੱਚ ਰਹਿਣਾ ਕਰੋ। ਗੌੜੀ ਮਹੱਲਾ ਪੰਜਵਾ। ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੈ, ਐ ਨਿਸਮਗਨ ਰਹਿ ਮਾਇਆ ਮੈਂ, ਕਹ ਕੈਸੇ ਗੁਣ ਗਾਵੈ ਰਹਾਉ। ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬੰਧਾਵੈ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਦੇਖ ਤਾਸ ਉਠ ਧਾਵੈ। ਭੁਗਤ ਮੁਗਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੈ, ਕਿ ਇਸ ਪ੍ਰਾਣੀ ਪ੍ਰਾਣਧਾਰੀ ਜੀਵ ਨੂੰ
ਹਰੀ ਪਰਮੇਸ਼ਰ ਦਾ ਜਸ ਕੀਰਤਨ ਹਿਰਦੇ ਵਿੱਚ ਚੇਤੇ ਨਹੀਂ ਆਉਂਦਾ। ਪ੍ਰਾਣੀ ਕਉ ਹਾਰ ਜਸ ਮਨ ਨਹੀਂ ਆਵੈ। ਇਸ ਪ੍ਰਾਣ ਧਾਰੀ ਜੀਵ ਨੂੰ ਹਰੀ ਪਰਮੇਸ਼ਰ ਦਾ ਜਸ ਕੀਰਤਨ ਹਿਰਦੇ ਵਿੱਚ ਚੇਤੇ ਨਹੀਂ ਆਉਂਦਾ। ਅਹਨਿਸ ਮਗਨ ਰਹਿ ਮਾਇਆ ਮੈਂ, ਕਿ ਇਹ ਅਹਨਿਸ ਰਾਤ ਦਿਨ ਮਾਇਆ ਦੇ ਵਿੱਚ ਹੀ ਮਗਨ ਮਸਤ ਹੋਇਆ ਰਹਿੰਦਾ ਹੈ। ਮਾਇਆ ਦੇ ਵਿੱਚ ਮਸਤ ਹੋਣ ਕਰਕੇ ਕਿ ਪਰਮੇਸ਼ਰ ਦਾ ਜਾਸ ਇਸ ਦੇ ਚੇਤੇ ਨਹੀਂ ਆਉਂਦਾ। ਕਹੋ ਕੈਸੇ ਗੁਣ ਗਾਵੈ, ਜਦੋਂ ਇਹ ਮਾਇਆ ਦੇ ਵਿੱਚ ਮਸਤ ਰਹਿੰਦਾ ਹੈ। ਕਹੋ ਕਹਿਣਾ ਕਰੋ, ਫਿਰ ਕਿਸ ਤਰ੍ਹਾਂ ਪਰਮੇਸ਼ਰ ਦੇ ਗੁਣ, ਕਿਸ ਤਰ੍ਹਾਂ ਪਰਮੇਸ਼ਰ ਦੀਆਂ ਸਿਫਤਾਂ ਨੂੰ ਗਾਉਣਾ ਕਰੇ। ਮਾਇਆ ਦੇ ਵਿੱਚ ਮਸਤ ਹੋਣ ਕਰਕੇ ਇਹ ਪਰਮੇਸ਼ਰ ਦੇ ਗੁਣ, ਪਰਮੇਸ਼ਰ ਦੀ ਕੀਰਤੀ ਸਿਫਤ ਸਲਾਹ ਨਹੀਂ ਕਰਦਾ। ਪੂਤ ਮੀਤ ਮਾਇਆ ਮਮਤਾ ਸਿਉ, ਕੋਈ ਪੂਤ ਪੁੱਤਰਾਂ ਦੇ, ਕੋਈ ਮੀਤ ਮਿੱਤਰਾਂ ਦੇ ਮੋਹ ਵਿੱਚ, ਕੋਈ ਮਾਇਆ ਕੇ ਛਾਲ ਰੂਪ ਮਮਤਾ ਆਪਣੰਤ ਦੇ ਸੰਗ ਫਸਿਆ ਪਿਆ ਹੈ। ਪੂਤ ਮੀਤ ਮਾਇਆ ਮਮਤਾ ਸਿਉ, ਕੋਈ ਪੂਤ ਪੁੱਤਰਾਂ ਦੇ, ਕੋਈ ਮੀਤ ਮਿੱਤਰਾਂ ਦੇ ਮੋਹ ਵਿੱਚ, ਕੋਈ ਮਾਇਆ ਦੇ ਛਾਲ ਰੂਪੀ ਮਮਤਾ ਦੇ ਸੰਗ ਵਿੱਚ ਫਸਿਆ ਹੈ। ਇਹ ਵਿਦ ਆਪ ਬੰਧਾਵਾ, ਕਿ ਇਹ ਵਿਦ ਇਸ ਤਰੀਕੇ ਨਾਲ ਜੀਵ ਆਪਣੇ ਆਪ ਨੂੰ ਆਪ ਹੀ ਬੰਨ੍ਹਣਾ ਵਿੱਚ ਬਣਾ ਲੈਂਦਾ ਹੈ, ਬੰਨ੍ਹਿਆ ਜਾਂਦਾ ਹੈ। ਜਿਉ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ, ਤਿਉ ਮਨਮੁਖ ਸਭ ਬਸ ਕਾਲੇ ਰਾਮ। ਜਿਵੇਂ ਪੰਖੀ ਕਪੋਤ ਆਪ ਬਣਾਇਆ, ਜਿਵੇਂ ਟਿੱਡੀ ਹੁੰਦੀ ਹੈ ਆਪਣਾ ਜਾਲ ਬਣਾ ਕੇ ਆਪ ਹੀ ਵਿੱਚ ਫਸ ਜਾਂਦੀ ਹੈ, ਕਿ ਤਿਉ ਮਨਮੁਖ ਸਭ ਬਸ ਕਾਲੇ ਰਾਮ। ਇਸੇ ਤਰ੍ਹਾਂ ਜੋ ਮਨਮੁਖ ਹਨ, ਆਪਣੇ ਮਨ ਦੇ ਪਿੱਛੇ ਚੱਲਦੇ ਹਨ, ਉਹ ਕਾਲ ਦੇ ਵਸ ਵਿੱਚ ਹਨ। ਜਿਵੇਂ ਟਿੱਡੀ ਆਪਣਾ ਜਾਲ ਆਪ ਬੁਣਦੀ ਹੈ, ਜਦੋਂ ਉਲਝ ਜਾਂਦੀ ਹੈ ਉਸੇ ਜਾਲ ਵਿੱਚ ਫਸ ਜਾਂਦੀ ਹੈ। ਮਨਮੁਖ ਵੀ ਇਸੇ ਤਰ੍ਹਾਂ ਹੀ ਹੈ ਕਿ ਇਹ ਵੀ ਪਰਮੇਸ਼ਰ ਨੂੰ ਛੱਡ ਕੇ ਇੱਥੇ ਉਲਝ ਜਾਂਦਾ ਹੈ। ਫਿਰ ਬਸ ਕਾਲ ਹੈ ਰਾਮ, ਫਿਰ ਕਾਲ ਦੇ ਵਸ ਪੈ ਜਾਂਦਾ ਹੈ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜੱਗ, ਜਿਵੇਂ ਮ੍ਰਿਗ ਹਿਰਨ ਦੀ ਤ੍ਰਿਸ਼ਨਾ ਪਿਆਸ ਦਾ ਪਾਣੀ ਝੂਠਾ ਹੁੰਦਾ ਹੈ, ਕਿ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜੱਗ, ਕਿ ਜਿਵੇਂ ਹਿਰਨ ਦੀ ਪਿਆਸ ਦਾ ਪਾਣੀ ਝੂਠਾ ਹੁੰਦਾ ਹੈ। ਮਿਰਗ ਜਦੋਂ ਰੇਤਲੀਆਂ ਜ਼ਮੀਨਾਂ ਵੱਲ ਝਾਕਦਾ ਹੈ, ਧੁੱਪ ਦੇ ਵਿੱਚ, ਧੁੱਪ ਦੀਆਂ ਲਹਿਰਾਂ ਇਸ ਨੂੰ ਪਾਣੀ ਦਿਸਣ ਲੱਗ ਜਾਂਦੀਆਂ ਹਨ, ਪਿਆਸ ਦਾ ਮਾਰਿਆ ਚੱਲਦਾ ਹੈ, ਪਰ ਉੱਥੇ ਪਾਣੀ ਨਹੀਂ ਹੁੰਦਾ, ਪਾਣੀ ਝੂਠਾ ਹੁੰਦਾ ਹੈ। ਪਾਣੀ ਨਾ ਹੋਣ ਕਰਕੇ ਇਹ ਪਾਣੀ ਵੱਲ ਭੱਜਦਾ ਹੈ। ਉਸੇ ਤਰ੍ਹਾਂ ਇਹ ਸੰਸਾਰ ਮਿੱਥਿਆ ਝੂਠਾ ਹੈ, ਅਤੇ ਜਿਵੇਂ ਹਿਰਨ ਪਾਣੀ ਵੱਲ ਦੌੜ ਕੇ ਜਾਂਦਾ ਹੈ, ਉੱਥੇ ਹੀ ਇਹ ਜੀਵ ਉਹਨਾਂ ਝੂਠੇ ਪਦਾਰਥਾਂ ਨੂੰ ਵੇਖ ਕਰਕੇ ਉਹਨਾਂ ਵੱਲ ਉੱਠ ਕੇ ਦੌੜ ਕੇ ਜਾਂਦਾ ਹੈ। ਭਾਵ ਰੇਤਲੇ ਮੈਦਾਨਾਂ ਵਿੱਚ ਜਦ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ ਤਾਂ ਰੇਤ ਦੀ ਚਮਕ ਨਦੀ ਦੇ ਪਾਣੀ ਵਾਂਗ ਪ੍ਰਤੀਤ ਹੁੰਦੀ ਹੈ। ਜਦੋਂ ਮਿਰਗ ਉੱਥੇ ਜਾਂਦਾ ਹੈ ਤਾਂ ਉਹ ਉਤਨਾ ਹੀ ਹੋਰ ਦੂਰ ਪ੍ਰਤੀਤ ਹੁੰਦਾ ਹੈ ਕਿ ਪਾਣੀ ਉਦੋਂ ਅੱਗੇ ਹੈ। ਇਉਂ ਪਾਣੀ ਤਾਂ ਹੁੰਦਾ ਹੀ ਨਹੀਂ, ਸਿਰਫ ਮਿਰਗ ਭਟਕਦਾ ਹੀ ਫਿਰਦਾ ਹੈ। ਇਸੇ ਪ੍ਰਕਾਰ ਮਾਇਆ ਰੂਪੀ ਰੇਤੇ ਵਿੱਚ ਬ੍ਰਹਮ ਰੂਪੀ ਸੂਰਜ ਦੀਆਂ ਸਤਾ ਰੂਪੀ ਕਿਰਨਾਂ ਪੈਣ ਕਰਕੇ ਇਹ ਸੰਸਾਰ ਰੂਪੀ ਪਾਣੀ ਰੂਪ ਸੱਚਾ ਪ੍ਰਤੀਤ ਹੋਣ ਲੱਗ ਪਿਆ। ਇਸ ਪ੍ਰਕਾਰ ਮ੍ਰਿਗ ਨੂੰ ਪਾਣੀ ਦਿਸਣ ਵਾਂਗ ਇਹ ਜਗਤ ਝੂਠਾ ਹੈ, ਅਤੇ
ਮਿਰਗ ਵਾਂਗੂ ਹੀ ਜੀਵ ਇਸ ਸੰਸਾਰ ਰੂਪੀ ਪਾਣੀ ਨੂੰ ਸੱਚਾ ਮੰਨ ਕੇ ਫੜਦਾ ਹੈ ਕਿ ਮੈਂ ਪਕੜ ਲਵਾਂ ਫਿਰ ਮੇਰੀ ਤ੍ਰਿਪਤੀ ਹੋਵੇਗੀ। ਭੁਗਤ ਮੁਗਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ। ਜੋ ਸਾਰਿਆਂ ਨੂੰ ਭੁਗਤ ਭੋਜਨ ਦੇਣ ਵਾਲਾ ਹੈ, ਜੋ ਮੁਕਤ ਮੁਕਤੀ ਦੇਣ ਦਾ ਕਾਰਨ ਸੁਆਮੀ ਵਾਹਿਗੁਰੂ ਹੈ। ਮੂੜ ਤਾਹੇ ਬਿਸਰਾਵੈ। ਮੂੜ ਇਹ ਬੇਸਮਝ ਮੂਰਖ ਜੀਵ ਤਿਸ ਪਰਮੇਸ਼ਰ ਨੂੰ ਭੁਲਾਈ ਜਾਂਦਾ ਹੈ। ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ। ਜੋ ਸਾਰਿਆਂ ਨੂੰ ਭੁਗਤ ਭੋਜਨ ਦੇਣ ਵਾਲਾ ਹੈ ਅਤੇ ਮੁਕਤ ਮੁਕਤੀ ਦੇਣ ਵਾਲਾ ਹੈ ਕਿ ਜੋ ਵਾਹਿਗੁਰੂ ਸੁਆਮੀ ਮਾਲਕ ਹੈ। ਇਹ ਮੂੜ ਬੇਸਮਝ ਮੂਰਖ ਜੀਵ ਉਸ ਪਰਮੇਸ਼ਰ ਨੂੰ ਬਿਸਰਾਵੈ ਭੁਲਾਈ ਬੈਠਾ ਹੈ। ਮਹਾਰਾਜ ਜੀ ਕਹਿਣ ਲੱਗੇ ਜਨ ਨਾਨਕ ਕੋਟਨ ਮੈਂ ਕੋਊ ਭਜਨ ਰਾਮ ਕੋ ਪਾਵੈ। ਸਤਿਗੁਰੂ ਜੀ ਕਥਨ ਕਰਦੇ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿ ਕੋਟਨ ਕਰੋੜਾਂ ਵਿੱਚੋਂ ਕੋਈ ਬਿਰਲਾ ਹੀ ਗੁਰਮੁਖ ਜਨ ਪਰਮੇਸ਼ਰ ਦਾ ਭਜਨ ਪਰਮੇਸ਼ਰ ਦਾ ਕੀਰਤਨ ਪਾਉਂਦਾ ਹੈ, ਕੀਰਤਨ ਕਰਦਾ ਹੈ, ਸਿਫਤ ਸਲਾਹ ਵਡਿਆਈ ਕਰਦਾ ਹੈ। ਜਨ ਨਾਨਕ ਕੋਟਨ ਮੈਂ ਕੋਊ ਭਜਨ ਰਾਮ ਕੋ ਪਾਵੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਕਰੋੜਾਂ ਵਿੱਚੋਂ ਕੋਈ ਬਿਰਲਾ ਹੀ ਗੁਰਮੁਖ ਪਰਮੇਸ਼ਰ ਦਾ ਭਜਨ ਕਰਦਾ ਹੈ। ਗੌੜੀ ਮਹੱਲਾ ਨੌਵਾਂ। ਸਾਧੋ ਇਹੋ ਮਨ ਰਹਿਆ ਨਾ ਜਾ ਸਾਧੋ ਇਹੋ ਮਨ ਗਹਿਆ ਨਾ ਜਾਈ। ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਂ ਤੇ ਥਿਰ ਨਾ ਰਹਾਈ ਰਹਾਉ। ਕਾਠਨ ਕ੍ਰੋਧ ਘਟ ਹੀ ਕੇ ਭੀਤਰ ਜਿਹੇ ਸੁਧ ਸਭ ਬਿਸਰਾਈ। ਰਤਨ ਗਿਆਨ ਸਭ ਕੇ ਹਿਰ ਲੀਨਾ ਤਾਂ ਸਿਉ ਕਸ ਨਾ ਵਿਛਾਈ। ਜੋਗੀ ਜਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ। ਜਨ ਨਾਨਕ ਹਰ ਭਏ ਦਿਆਲਾ ਤੋ ਸਭ ਵਿਦ ਬਨ ਆਈ। ਜਨ ਨਾਨਕ ਹਰ ਭਏ ਦਿਆਲਾ ਤੋ ਸਭ ਵਿਦ ਬਨ ਆਈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਸਾਧੋ ਇਹੋ ਮਾਨ ਗਹਿਓ ਨਾ ਜਾਈ। ਗਹਿਓ ਪਕੜਿਆ ਕਿ ਹੇ ਸ੍ਰੇਸ਼ਟ ਜਨੋ ਸੰਤ ਜਨੋ ਇਹ ਮਨ ਇਹ ਚਿੱਤ ਕਿ ਇਹੋ ਇਸ ਚਿੱਤ ਨੂੰ ਇਸ ਮਨ ਨੂੰ ਗਹਿਓ ਪਕੜਿਆ ਨਹੀਂ ਜਾ ਸਕਦਾ, ਪਕੜਿਆ ਨਹੀਂ ਜਾਂਦਾ। ਸਾਧੋ ਇਹੋ ਮਨ ਗਹਿਓ ਨਾ ਜਾਈ ਕਿ ਹੇ ਸਾਧੋ ਸ੍ਰੇਸ਼ਟ ਜਨੋ ਸੰਤ ਜਨੋ ਇਸ ਮਨ ਨੂੰ ਇਸ ਚਿੱਤ ਨੂੰ ਪਕੜਿਆ ਨਹੀਂ ਜਾਂਦਾ। ਕਿਉਂ ਪਕੜਿਆ ਕਿਉਂ ਨਹੀਂ ਜਾਂਦਾ? ਮਹਾਰਾਜ ਜੀ ਕਹਿਣ ਲੱਗੇ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ। ਚੰਚਲ ਚਲਾਏ ਮਾਨ ਕਰਨ ਵਾਲੀ ਤ੍ਰਿਸ਼ਨਾ ਪਰਾਲਬਧ ਇੱਛਾ ਇਸ ਮਨ ਦੇ ਸੰਗ ਇਸ ਮਨ ਦੇ ਇਸ ਚਿੱਤ ਦੇ ਨਾਲ ਵਸਦੀ ਹੈ। ਜਾਂ ਤੇ ਥਿਰ ਨਾ ਰਹਾਈ ਜਾਂ ਤੇ ਜਿਸ ਕਰਕੇ ਇਹ ਮਨ ਸਥਿਰ ਨਹੀਂ ਰਹਿੰਦਾ ਕਿ ਇਹ ਮਨ ਟਿਕ ਕੇ ਨਹੀਂ ਰਹਿੰਦਾ ਕਿ ਇਸੇ ਕਰਕੇ ਇਹ ਪਕੜਿਆ ਨਹੀਂ ਜਾਂਦਾ। ਕਾਠਨ ਕ੍ਰੋਧ ਘਟ ਹੀ ਕੇ ਭੀਤਰ ਬਹੁਤ ਹੀ ਕਾਠਨ ਬਹੁਤ ਹੀ ਕਰੜਾ ਕ੍ਰੋਧ ਗੁੱਸਾ ਇਸ ਦੇ ਘਾਟ ਇਸ ਦੇ ਹਿਰਦੇ ਦੇ ਭੀਤਰ ਹਿਰਦੇ ਦੇ ਵਿੱਚ ਹੀ ਹੈ। ਕਾਠਨ ਕ੍ਰੋਧ ਘਟ ਹੀ ਕੇ ਭੀਤਰ ਬਹੁਤ ਹੀ ਕਰੜਾ ਗੁੱਸਾ ਇਸ ਦੇ ਹਿਰਦੇ ਦੇ ਵਿੱਚ ਹੀ ਹੈ। ਜਿਹੇ ਸੁਧ ਸਭ ਵਿਸਰਾਈ ਕਿ ਜਿਸ ਕ੍ਰੋਧ ਨੇ ਇਸ ਜੀਵ ਦੀ ਸਾਰੀ ਸੁਧ ਭੁਲਾ ਦਿੱਤੀ ਹੈ। ਭਾਵ ਗੁੱਸੇ ਵਿੱਚ ਆਪਣੇ ਮਾਤਾ ਪਿਤਾ ਨੂੰ ਵੀ ਮਾਰਨ ਤੱਕ ਜਾਂਦਾ ਹੈ ਕਿ ਮਾਰ ਵੀ ਦਿੰਦਾ ਹੈ ਤੇ ਜੋ ਹੋਸ਼ ਨਾਲ ਬਜ਼ੁਰਗਾਂ ਦੀ ਸੇਵਾ ਸਤਿਕਾਰ ਕਰਨਾ ਸੀ ਉਹ ਸਭ ਭੁਲਾ ਦਿੰਦਾ ਹੈ। ਗੁੱਸਾ ਐਸਾ ਹੈ ਕਿ ਰਤਨ ਗਿਆਨ ਸਭ ਕੋ ਹਿਰ ਲੀਨਾ। ਫਿਰ ਇਸ ਕ੍ਰੋਧ ਨੇ
इस गुस्से ने सारे जीवां दा ज्ञान विवेक बोध रूपी माणक हिरलीना चुरा लिया है। रतन ज्ञान सब को हिरलीना, फिर इस क्रोध ने सारे जीवां दा ज्ञान बोध रूपी माणक हिर हुंदा चुरा लिया है। ਤਾਂ ਸਿਉ ਕਸ ਨਾ ਬਸਾਈ, ਤਾਂ ਉਸ ਕ੍ਰੋਧ ਦੇ ਨਾਲ ਕੁਝ ਵੀ ਬਸ ਨਹੀਂ ਚੱਲਦਾ। ਭਾਵ ਜਿੱਥੇ ਕ੍ਰੋਧ ਆ ਜਾਂਦਾ ਹੈ ਉਸ ਹਿਰਦੇ ਵਿੱਚ ਗਿਆਨ ਸਥਿਤ ਨਹੀਂ ਰਹਿੰਦਾ, ਗਿਆਨ ਟਿਕਦਾ ਨਹੀਂ, ਅਤੇ ਇਹ ਸਭ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਕਿਸੇ ਦੀ ਕੋਈ ਬਾਹ, ਕਿਸੇ ਦੀ ਕੋਈ ਪੇਸ਼ ਨਹੀਂ ਜਾਣ ਦਿੰਦਾ। ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਉਸੇ ਕ੍ਰੋਧ ਨੂੰ ਰੋਕਣ ਵਾਸਤੇ ਜੋਗੀ ਜੋਗ ਧਾਰਨ ਵਾਲੇ ਮਛੰਦਰ ਨਾਥ ਵਰਗੇ ਵੀ ਯਤਨ ਕਰਕੇ ਹਾਰ ਗਏ ਹਨ। ਅਤੇ ਗੁਣੀ ਰਹੇ ਗੁਣ ਗਾਈ, ਅਤੇ ਗੁਣੀ ਗੁਣ ਗਾਉਣ ਵਾਲੇ ਸਿਫਤਾਂ ਗਾ ਕਰਕੇ ਰਹਿ ਗਏ ਹਨ। ਭਾਵ ਫਿਰ ਵੀ ਮਨ ਬਸ ਵਿੱਚ ਨਹੀਂ ਆਉਂਦਾ। ਜਨ ਨਾਨਕ ਹਰ ਭਏ ਦਿਆਲਾ, ਤਉ ਸਭ ਵਿਦਵਨ ਆਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਅਕਾਲ ਪੁਰਖ ਦੀ ਦਿਆਲਾ ਦਿਆਲੂ ਹੋਏ ਹਨ, ਜਨ ਨਾਨਕ ਹਰ ਭਏ ਦਿਆਲਾ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਦੋਂ ਅਕਾਲ ਪੁਰਖ ਜੀ ਦਿਆਲੂ ਹੋਏ, ਤਉ ਸਭ ਵਿਦ ਬਨ ਆਈ, ਤਦੋਂ ਸਾਰੀ ਵਿਧੀ ਬਣ ਆਈ, ਸਾਰੀ ਵਿਧੀ ਬਣ ਗਈ। ਜਦੋਂ ਵਾਹਿਗੁਰੂ ਜੀ ਦਿਆਲੂ ਹੋਏ ਤਾਂ ਗੁਣੀ ਪੁਰਖਾਂ ਦੇ ਨਾਲ ਮਿਲ ਕਰਕੇ ਗੁਣਾਂ ਨੂੰ ਗਾਉਂਦੇ ਰਹੇ, ਉਦੋਂ ਸਾਰੀਆਂ ਹੀ ਵਿਧੀਆਂ ਬਣ ਆਈਆਂ। ਗੌੜੀ ਮਹੱਲਾ ਨਾਵਾ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਪਤਿਤ ਪਨੀਤ ਦੀਨ ਬੰਧ ਹਰ, ਸਰਨ ਤਾਹੇ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਬਿਸਰਾਵੋ। ਤਾਜ ਅਭਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਕਹੋ ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੋ ਪਾਵੋ। ਮਹਾਰਾਜ ਜੀ ਗੁਰੂ ਤੇਗ ਬਹਾਦਰ ਜੀ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਜੀ ਕਹਿਣ ਲੱਗੇ, ਸਾਧੋ ਗੋਬਿੰਦ ਕੇ ਗੁਣ ਗਾਵੋ। ਇਹ ਸਾਧੋ ਸੰਤ ਜਨੋ ਸ੍ਰੇਸ਼ਟ ਜਨੋ, ਗੋਬਿੰਦ ਪਰਮੇਸ਼ਰ ਦੇ ਗੁਣਾਂ ਦੇ ਤਾਂ ਹੀ ਗਾਉਣਾ ਕਰੋ ਕਿ ਪਰਮੇਸ਼ਰ ਦੀਆਂ ਸਿਫਤਾਂ ਤਾਂ ਹੀ ਗਾਉਣਾ ਕਰੋ, ਪਰਮੇਸ਼ਰ ਦੀ ਵਡਿਆਈ ਕਰੋ, ਉਸ ਦੀ ਸਿਫਤ ਸਲਾਹ ਕਰਨਾ ਕਰੋ। ਮਾਨਸ ਜਨਮ ਅਮੋਲਕ ਪਾਇਓ, ਜਿਹੜਾ ਮਾਨਸ ਜਨਮ ਮਨੁੱਖਾ ਜਨਮ ਹੈ, ਇਸ ਨੂੰ ਤੁਸੀਂ ਬਹੁਤ ਅਮੋਲਕ ਬੇਕੀਮਤੀ ਪ੍ਰਾਪਤ ਕੀਤਾ ਹੈ। ਇਸ ਨੂੰ ਮਨੁੱਖਾ ਜਨਮ ਨੂੰ ਜਿਹੜਾ ਪ੍ਰਾਪਤ ਕੀਤਾ ਹੈ, ਇਸ ਦੀ ਕੋਈ ਕੀਮਤ ਨਹੀਂ ਹੈ। ਮਾਨਸ ਜਨਮ ਅਮੋਲਕ ਪਾਇਓ, ਕਿ ਜਿਹੜਾ ਮਾਨਸ ਜਨਮ ਮਨੁੱਖਾ ਜਨਮ ਹੈ, ਇਸ ਨੂੰ ਤੁਸੀਂ ਬਹੁਤ ਅਮੋਲਕ ਬੇਕੀਮਤੀ ਪ੍ਰਾਪਤ ਕੀਤਾ ਹੈ। ਇਸ ਦੀ ਕੀਮਤ ਕੋਈ ਨਹੀਂ ਹੈ। ਬਿਰਥਾ ਕਾਹੇ ਗਵਾਵੋ, ਕਿ ਇਸ ਮਨੁੱਖਾ ਦੇਹੀ ਨੂੰ ਤੁਸੀਂ ਬੇਅਰਥ ਨਾ ਗਵਾਉਣਾ ਕਰੋ। ਕਿਉਂ ਗਵਾਉਣਾ ਕਰਦੇ ਹੋ ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਪਾਤਿਤ ਪਨੀਤ ਦੀਨ ਬੰਧ ਹਰ, ਕਿ ਹਰੀ ਪਰਮੇਸ਼ਰ ਪਾਤਿਤ ਪਾਪੀਆਂ ਨੂੰ ਪਨੀਤ ਪਵਿੱਤਰ ਕਰਨ ਵਾਲਾ ਹੈ। ਪਾਤਿਤ ਪਨੀਤ ਦੀਨ ਬੰਧ ਹਰ, ਹਰ ਹਰੀ ਪਰਮੇਸ਼ਰ ਪਾਤਿਤ ਪਾਪੀਆਂ ਨੂੰ ਪਨੀਤ ਪਵਿੱਤਰ ਕਰਨ ਵਾਲਾ ਹੈ। ਅਤੇ ਦੀਨ ਗਰੀਬਾਂ ਦਾ ਬੰਧ ਸੰਬੰਧੀ ਹੈ, ਦੀਨ ਬੰਧ ਹੈ। ਸਰਨ ਤਾਹੇ ਤੁਮ ਆਵੋ, ਤਿਸ ਪਰਮੇਸ਼ਰ ਦੀ
ਸਰਨ ਓਟ ਵਿੱਚ ਤੁਸੀਂ ਆਉਣਾ ਕਰੋ, ਕਿ ਜੋ ਹਰੀ ਪਰਮੇਸ਼ਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਗਰੀਬਾਂ ਦਾ ਸੰਬੰਧੀ ਹੈ, ਕਿ ਉਸ ਪਰਮੇਸ਼ਰ ਦੀ ਓਟ ਵਿੱਚ ਤੁਸੀਂ ਆਉਣਾ ਕਰੋ। ਗੱਜ ਕੋ ਤਰਾਸ ਮਿਟਿਓ ਜਿਹ ਸਿਮਰਤ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਗਜ ਹਾਥੀ ਦਾ ਤੇ ਤਰਾਸ ਤੰਦੂਏ ਕਰਕੇ ਗ੍ਰਸੇ ਹੋਣ ਦਾ ਡਰ ਮਿਟ ਗਿਆ ਸੀ। ਗੱਜ ਕੋ ਤਰਾਸ ਮਿਟਿਓ ਜੇ ਸਿਮਰਤ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ, ਪਰਮੇਸ਼ਰ ਨੂੰ ਚੇਤੇ ਕਰਨ ਨਾਲ ਹਾਥੀ ਦਾ ਤੰਦੂਏ ਕਰਕੇ ਗ੍ਰਸ ਹੋਣ ਦਾ, ਖਤਮ ਕਰਨ ਦਾ ਜਿਹੜਾ ਡਰ ਸੀ ਮਿਟ ਗਿਆ ਸੀ। ਤੁਮ ਕਾਹੇ ਬਿਸਰਾਇਓ, ਕਿ ਉਸ ਪਰਮੇਸ਼ਰ ਦੇ ਨਾਮ ਨੂੰ ਤੁਸੀਂ ਕਿਸ ਵਾਸਤੇ ਭੁਲਾਉਂਦੇ ਹੋ, ਜੋ ਹਾਥੀ ਸੀ, ਦਰਿਆ ਦੇ ਕਿਨਾਰੇ ਪਾਣੀ ਪੀਣ ਗਿਆ ਸੀ, ਤੰਦੂਏ ਨੇ ਖਿੱਚ ਲਿਆ ਸੀ, ਕਿ ਜਦੋਂ ਹਾਥੀ ਨੇ ਪਰਮੇਸ਼ਰ ਨੂੰ ਯਾਦ ਕੀਤਾ, ਤੰਦੂਏ ਦੀਆਂ ਤੰਦਾਂ ਦੇ ਵਿੱਚੋਂ ਨਿਕਲ ਗਿਆ ਸੀ। ਜਦੋਂ ਹਾਥੀ ਨੂੰ ਪਰਮੇਸ਼ਰ ਨੇ ਛੁਡਾ ਦਿੱਤਾ ਹੈ, ਕਿ ਉਸ ਪਰਮੇਸ਼ਰ ਦੇ ਨਾਮ ਨੂੰ ਤੁਸੀਂ ਕਿਸ ਵਾਸਤੇ ਭੁਲਾਉਂਦੇ ਹੋ, ਕਿ ਹਾਥੀ ਤੇ ਤੰਦੂਏ ਦੀ ਸਾਖੀ ਹੈ। ਹਾਹਾ ਅਤੇ ਹੋ ਦੋਵੇਂ ਗੰਧਰਵ ਸਵਰਗਾਂ ਦੇ ਰਾਗੀ ਸਨ, ਜਿਹੜੇ ਰਾਗ ਵਿਦਿਆ ਕਰਕੇ ਬੜੇ ਅਭਿਮਾਨੀ ਹੋ ਗਏ ਸਨ, ਤਾਂ ਦੇਵਲ ਰਿਸ਼ੀ ਦੇ ਸਰਾਪ ਕਰਕੇ ਇੱਕ ਤੰਦੂਆ ਬਣਿਆ ਤੇ ਇੱਕ ਹਾਥੀ ਬਣ ਗਿਆ। ਇਹ ਹਾਥੀ ਆਪਣੇ ਪਰਿਵਾਰ ਸਮੇਤ ਵਰਣ ਦੇਵਤਾ ਦੇ ਤਲਾਬ ਪਰ ਪਾਣੀ ਪੀਣ ਲਈ ਆਇਆ। ਇਹ ਜਗ੍ਹਾ ਪਟਨਾ ਸਾਹਿਬ ਤੋਂ 8 ਕੋਹ 'ਤੇ ਹੈ ਦੂਰ ਅੱਗੇ। ਜਿੱਥੇ ਇਹ ਆਇਆ ਉੱਥੇ ਤਲਾਬ ਵਿੱਚ ਤੰਦੂਆ ਰਹਿੰਦਾ ਸੀ। ਤੰਦੂਏ ਨੇ ਆਪਣੀਆਂ ਤਾਰਾਂ ਫੈਲਾਈਆਂ ਹੋਈਆਂ ਸਨ। ਤਦ ਹਾਥੀ ਪਾਣੀ ਪੀਣ ਲਈ ਤਲਾਬ ਦੇ ਅੰਦਰ ਵੜਿਆ, ਤਾਂ ਤੰਦੂਏ ਨੇ ਇਸ ਨੂੰ ਤਾਰਾਂ ਪਾ ਕੇ ਡੂੰਘੇ ਪਾਣੀ ਵਿੱਚ ਖਿੱਚ ਲਿਆ। ਹਾਥੀ ਸਾਰਾ ਹੀ ਪਾਣੀ ਵਿੱਚ ਚਲਿਆ ਗਿਆ, ਕੇਵਲ ਸੁੰਡ ਹੀ ਬਾਹਰ ਰਹਿ ਗਈ। ਤਾਂ ਨਿਰਬਲ ਹੋ ਕੇ ਜਦੋਂ ਬਲ ਨਾ ਰਿਹਾ, ਤਾਂ ਪਾਣੀ ਵਿੱਚ ਰੁੜੇ ਆਉਂਦੇ ਕਮਲ ਦਾ ਫੁੱਲ ਲੈ ਕੇ ਈਸ਼ਵਰ ਨੂੰ ਅਰਪਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ। ਤਾਂ ਪਰਮੇਸ਼ਰ ਪ੍ਰਸੰਨ ਹੋ ਕੇ ਬੈਕੁੰਠ ਵਿੱਚੋਂ ਸੁਦਰਸ ਚੱਕਰ ਲੈ ਕੇ ਆਏ ਤੇ ਤੰਦੂਏ ਦੀਆਂ ਤਾਰਾਂ ਕੱਟ ਦਿੱਤੀਆਂ ਤੇ ਗਾਜਰਾਜ ਨੂੰ ਮੁਕਤ ਕੀਤਾ, ਉਸ ਦਾ ਸਾਰਾ ਡਰ ਮਿਟਾ ਦਿੱਤਾ। ਇਸੇ ਪ੍ਰਕਾਰ ਮਨ ਹਾਥੀ ਦੀ ਨਿਆਈ ਹੈ ਤੇ ਅਗਿਆਨ ਤੰਦੂਏ ਦੀ ਨਿਆਈ ਹੈ। ਅਗਿਆਨ ਰੂਪੀ ਤੰਦੂਏ ਨੇ ਸੰਸਾਰ ਰੂਪੀ ਤਲਾਅ ਤੋਂ ਵਿਕਾਰਾਂ ਰੂਪੀ ਤਾਰਾਂ ਨਾਲ ਵਾਸਨਾ ਰੂਪੀ ਪਾਣੀ ਵਿੱਚ ਡੁਬੋ ਲਿਆ ਹੈ। ਇਸੇ ਪ੍ਰਕਾਰ ਜਿਨ੍ਹਾਂ ਨੇ ਭਾਵਨਾ ਰੂਪੀ ਸੁੰਡ ਨਾਲ ਸਰਦਾ ਰੂਪੀ ਫੁੱਲ ਅਰਪਣ ਕੀਤਾ ਹੈ, ਉਹਨਾਂ ਦੇ ਪਰਮੇਸ਼ਰ ਨੇ ਸਿਮਰ ਰੂਪੀ ਸੁਦਰਸ ਚੱਕਰ ਲੈ ਕੇ ਅਗਿਆਨ ਰੂਪੀ ਤੰਦੂਏ ਦੀਆਂ ਤਾਰਾਂ ਕੱਟ ਕੇ ਬਚਾ ਲਿਆ ਹੈ, ਸਭ ਡਰ ਮੇਟ ਦਿੱਤਾ ਹੈ। ਸੋ ਉਸ ਪਰਮੇਸ਼ਰ ਨੂੰ ਤੁਸੀਂ ਕਿਉਂ ਭੁਲਾਉਂਦੇ ਹੋ। ਤਾਜ ਅਭਿਮਾਨ ਮੋਹ ਮਾਇਆ ਪੁਨ, ਭਜਨ ਰਾਮ ਚਿੱਤ ਲਾਵੋ। ਹੇ ਭਾਈ, ਇਸ ਪ੍ਰਕਾਰ ਹੰਕਾਰ ਤੇ ਮਾਇਆ ਛਲ ਰੂਪ ਦਾ ਮੋਹ ਹੈ, ਜਿਹੜਾ ਸਨੇਹ ਹੈ, ਇਹ ਤਿਆਗਣਾ ਕਰੋ। ਤਾਜ ਅਭਿਮਾਨ ਮੋਹ ਮਾਇਆ ਪੁਨ, ਕਿ ਹੇ ਭਾਈ, ਇਸ ਪ੍ਰਕਾਰ ਹੰਕਾਰ ਨੂੰ ਛੱਡ ਕਰਕੇ, ਮਾਇਆ ਦਾ ਛਲ ਰੂਪੀ ਮੋਹ ਛੱਡ ਕਰਕੇ ਤੇ ਉਸ ਨੂੰ ਤਿਆਗਣਾ ਕਰੋ। ਰਾਮ ਰਮੇ ਹੋਏ ਪਰਮੇਸ਼ਰ ਦਾ ਭਜਨ ਕੀਰਤਨ ਵਿੱਚ ਮਨ ਨੂੰ ਲਾਉਣਾ ਕਰੋ। ਨਾਨਕ ਕਹਿਤ ਮੁਕਤ ਪੰਥ ਇਹੋ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਹ ਹੀ ਮੁਕਤੀ ਦਾ ਪੰਥ ਰਸਤਾ ਹੈ। ਨਾਨਕ ਕਹਿਤ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਤ ਕਹਿੰਦੇ ਹਨ, ਕਥਨ ਕਰਦੇ ਹਨ ਕਿ ਹੇ ਭਾਈ, ਮੁਕਤ ਪੰਥ ਇਹੋ,
ਇਹੋ ਹੀ ਮੁਕਤੀ ਦਾ ਪੰਥ ਰਸਤਾ ਹੈ। ਗੁਰਮੁਖ ਹੋਏ ਤੁਮ ਪਾਵੋ, ਕਿ ਗੁਰਮੁਖ ਹੋ ਕੇ ਤੁਸੀਂ ਇਹ ਮੁਕਤੀ ਦਾ ਰਸਤਾ ਪਾਉਣਾ ਕਰੋ, ਕਿ ਗੁਰਾਂ ਦੁਆਰਾ ਗੁਰਮੁਖ ਬਣ ਕੇ ਮੁਕਤੀ ਦਾ ਰਸਤਾ ਪ੍ਰਾਪਤ ਕਰੋ, ਤਾਂ ਕਿ ਮੁਕਤੀ ਹੋ ਜਾਵੇ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੁਆਰਾ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸੀ। ਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਗੁਰੂ ਬਖਸ਼ਣਹਾਰ ਹੈ, ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰੀਏ, ਮਹਾਰਾਜ ਕਿਰਪਾ ਕਰਨ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ